Hello everyone, I hope you all are doing fine. Welcome to the session. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਵਧੀਆ ਪੜ੍ਹਾਈ ਵੀ ਚੱਲ ਰਹੀ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ ਸੈਕੰਡ ਚੈਪਟਰ ਜਿਹਦਾ ਨਾਮ ਹੈ ਮਾਈਗ੍ਰੇਸ਼ਨ। ਇੱਕ ਥਾਂ ਤੋਂ ਦੂਜੀ ਥਾਂ ਜਾਣਾ ਕਿਸੇ ਕਾਰਨ ਵਜੋਂ ਹੋ ਸਕਦਾ ਹੈ, ਨੌਕਰੀ ਦੇ ਕਾਰਨ, ਵਿਆਹ ਦੇ ਕਾਰਨ, ਪੜ੍ਹਾਈ ਦੇ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਵਜੋਂ। ਇੱਥੇ ਬਣਾਇਆ ਹੋਇਆ ਥਰਮਲ ਪਾਵਰ plant. ठीक है बच्चों, शुरू करते हैं। Sonu's father was an engineer in thermal power plant. He was transferred to a distant, newly constructed thermal power plant. The whole family had to shift there because the new thermal plant was situated far away from the city. A new colony was being constructed for the workers of thermal plant. Sonu was admitted in a new school near the thermal plant, but he was not enjoying there. He missed his city friends. After coming back from school, he complained his parents that he had no friends. His mother confronted him, saying that after some days all the boys will be his friends and he will enjoy their company. His mother's words were true. After some days, he had many friends. He came to know about many new things of that area which were earlier not known to him. ਇਹ ਸੋਨੂ ਦੀ ਕਹਾਣੀ ਹੈ। ਸੋਨੂ ਦੇ ਪਿਤਾ ਜੀ ਇੱਕ ਥਰਮਲ ਪਾਵਰ ਪਲਾਂਟ ਦੇ ਇੰਜੀਨੀਅਰ ਸਨ ਜਿੱਥੇ ਬਿਜਲੀ ਪੈਦਾ ਹੁੰਦੀ ਹੈ ਤੇ ਉਹਨਾਂ ਦੀ ਟ੍ਰਾਂਸਫਰ ਹੋ ਗਈ ਸੀ। ਉਹਨਾਂ ਨੂੰ ਇੱਕ ਦੂਰ ਥਾਂ ਤੇ ਭੇਜ ਦਿੱਤਾ ਗਿਆ ਸੀ ਜਿੱਥੇ ਇੱਕ ਨਵਾਂ ਥਰਮਲ ਪਾਵਰ ਪਲਾਂਟ ਬਣਿਆ ਸੀ। ਤਾਂ ਸਾਰੀ ਦੀ ਸਾਰੇ ਪਰਿਵਾਰ ਨੂੰ ਉਹਨਾਂ ਨਾਲ ਹੀ ਉੱਥੇ ਜਾਣਾ ਪਿਆ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਸੀ ਉਹ ਸ਼ਹਿਰ ਤੋਂ ਦੂਰ ਸੀ ਤੇ ਉੱਥੇ ਇੱਕ ਨਵੀਂ ਕਾਲੋਨੀ ਵੀ ਬਣਾਈ ਗਈ, ਏਰੀਆ ਵੀ ਦਿੱਤਾ ਗਿਆ ਜਿੱਥੇ ਮੁਲਾਜ਼ਮਾਂ ਨੂੰ ਰਹਿਣ ਵਜੋਂ ਥਾਂ ਦਿੱਤੀ ਗਈ। ਸੋਨੂ ਨੂੰ ਅਕਸਰ ਨਵੇਂ ਸਕੂਲ ਜਾਣਾ ਬਹੁਤ ਬੁਰਾ ਲੱਗਦਾ ਸੀ ਕਿਉਂਕਿ ਉੱਥੇ ਉਹਦੇ ਨਵੇਂ ਸਕੂਲ ਦੇ ਵਿੱਚ ਦਾਖਲਾ ਹੋ ਗਿਆ ਸੀ। ਉਹਨੂੰ ਆਪਣੇ ਪੁਰਾਣੇ ਜਿਹੜੇ ਦੋਸਤ ਹੈਗੇ ਸਨ ਉਹ ਬਹੁਤ ਯਾਦ ਆਉਂਦੇ ਸਨ ਤੇ ਸਕੂਲੋਂ ਵਾਪਸ ਆ ਕੇ ਉਹ ਅਕਸਰ ਆਪਣੇ ਮਾਤਾ ਜੀ ਪਿਤਾ ਜੀ ਨੂੰ ਦੱਸਦਾ ਸੀ ਵੀ ਮੇਰਾ ਇੱਥੇ ਚਿੱਤ ਨਹੀਂ ਲੱਗ ਰਿਹਾ, ਮੈਂ ਬਹੁਤ ਬੋਰ ਹੋ ਰਿਹਾ ਤੇ ਇੱਥੇ ਮੇਰੇ ਕੋਈ ਦੋਸਤ ਵੀ ਨਹੀਂ ਨੇ। ਉਸਦੇ ਮਾਤਾ ਜੀ ਨੇ ਉਸਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਕੁਝ ਦਿਨਾਂ ਬਾਅਦ ਸਾਰੇ ਮੁੰਡੇ ਉਸਦੇ ਦੋਸਤ ਬਣ ਜਾਣਗੇ ਅਤੇ ਉਹ ਉਹਨਾਂ ਦੀ ਸੰਗਤ ਦਾ ਆਨੰਦ ਮਾਣੇਗਾ। ਉਸਦੇ ਮਾਤਾ ਜੀ ਦੀ ਗੱਲ ਸੱਚ ਹੋ ਗਈ ਤੇ ਕੁਝ ਦਿਨਾਂ ਬਾਅਦ ਉਸਦੇ ਕਈ ਦੋਸਤ ਬਣ ਗਏ। ਉਸਦਾ ਉੱਥੇ ਚਿੱਤ ਵੀ ਲੱਗ ਗਿਆ, ਦਿਲ ਵੀ ਲੱਗ ਗਿਆ ਤੇ ਉਸਨੂੰ ਉਸ ਇਲਾਕੇ ਦੀਆਂ ਕਈ ਨਵੀਆਂ ਗੱਲਾਂ ਬਾਰੇ ਪਤਾ ਲੱਗ ਗਿਆ ਜੋ ਪਹਿਲਾਂ ਉਸਨੂੰ ਨਹੀਂ ਸੀ ਪਤਾ। ਹੁਣ ਇੱਥੇ ਸਾਨੂੰ ਕੰਮ ਦਿੱਤਾ ਹੋਇਆ ਥਿੰਕ ਜਿਹਦਾ ਮਤਲਬ ਹੈ ਸੋਚੋ। ਇਫ ਯੂ ਹੈਵ ਟੂ ਇੱਥੇ ਆਏਗਾ ਬੱਚਿਓ ਲੀਵ, ਛੱਡਣਾ, ਲੈਫਟ ਨਹੀਂ ਆਏਗਾ। या आएगा if you have left your old school। एक चीज हो सकती है if you have to leave या if you have left your old school and get admission in a new school, how will you feel for the first few days। ਜੇਕਰ ਤੁਹਾਨੂੰ ਆਪਣਾ ਪੁਰਾਣਾ ਸਕੂਲ ਛੱਡ ਕੇ ਨਵੇਂ ਸਕੂਲ ਵਿੱਚ ਦਾਖਲਾ ਲੈਣਾ ਪਵੇ ਤੁਸੀਂ ਪਹਿਲੇ ਕੁਝ ਦਿਨ ਕਿਵੇਂ ਜਿਹਾ ਮਹਿਸੂਸ ਕਰੋਗੇ ਇਸ ਬਾਰੇ ਦੱਸੋ। Going to a new school can be scary। ਨਵੇਂ ਸਕੂਲ ਵਿੱਚ ਜਾਣਾ ਡਰਾਵਨਾ ਹੋ ਸਕਦਾ ਹੈ। ਕਿਉਂ? I will feel worried and nervous। ਮੈਨੂੰ ਬਹੁਤ ਚਿੰਤਾ ਹੋਵੇਗੀ, ਹੋ ਸਕਦਾ ਹੈ ਘਬਰਾਹਟ ਵੀ ਮਹਿਸੂਸ ਹੋਏ। I'll miss my friends and teachers from my old school। ਤੇ ਮੈਂ ਆਪਣੇ ਪੁਰਾਣੇ ਸਕੂਲ ਦੇ ਆਪਣੇ ਦੋਸਤਾਂ ਤੇ ਅਧਿਆਪਕਾਂ ਨੂੰ ਬਹੁਤ ਯਾਦ ਕਰਾਂਗਾ। ਦੂਜਾ ਸਵਾਲ ਹੈ if a new child from any other area is admitted to your school, ask him how does he feel। ਜੇ ਕਿਸੇ ਹੋਰ ਇਲਾਕੇ ਦਾ ਕੋਈ ਨਵਾਂ ਬੱਚਾ ਤੁਹਾਡੇ ਸਕੂਲ ਵਿੱਚ ਦਾਖਲਾ ਲੈਂਦਾ ਹੈ ਜਾਂ ਦਾਖਲ ਹੁੰਦਾ ਹੈ ਤਾਂ ਉਸ ਤੋਂ ਪੁੱਛੋ ਕਿ ਉਸਨੂੰ ਕਿਵੇਂ ਜਿਹਾ ਮਹਿਸੂਸ ਹੁੰਦਾ ਹੈ। ਤੇ ਮੈਂ ਲਿਖਿਆ this year a kid from Tamil Nadu got admission in our school। It was very difficult for him to understand our language। He also felt very lonely। He couldn't speak fluently in Hindi and Punjabi, but still, we all friends tried to help him as much as possible and didn't bully him।
ਮੈਂ ਇੱਥੇ ਇਹ ਲਿਖਿਆ ਹੈ ਵੀ ਇਸ ਸਾਲ ਤਮਿਲਨਾਡੂ ਤੋਂ ਇੱਕ ਬੱਚੇ ਨੇ ਸਾਡੇ ਸਕੂਲ ਦੇ ਵਿੱਚ ਦਾਖਲਾ ਲਿਆ। ਉਸ ਲਈ ਸਾਡੀ ਭਾਸ਼ਾ ਸਮਝਣਾ ਬਹੁਤ ਔਖਾ ਸੀ, ਉਹ ਬਹੁਤ ਜ਼ਿਆਦਾ ਚੰਗਾ ਨਹੀਂ ਸੀ। ਜਦ ਆਪਾਂ ਪੰਜਾਬੀ ਜਾਂ ਹਿੰਦੀ ਬੋਲਣ ਦੀ ਗੱਲ ਕਰੀਏ, ਉਹਨੂੰ ਬਹੁਤ ਇਕੱਲਾ ਵੀ ਮਹਿਸੂਸ ਹੋ ਰਿਹਾ ਸੀ, ਪਰ ਫਿਰ ਵੀ ਅਸੀਂ ਸਾਰੇ ਦੋਸਤਾਂ ਨੇ ਉਸਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪਰੇਸ਼ਾਨ ਨਹੀਂ ਕੀਤਾ। After a few days, Sonu got familiar with many people around and realized that people working at the thermal plant were from different states. They were migrants. They lived in small rooms and faced many problems during the rainy season. ਕੁਝ ਦਿਨਾਂ ਬਾਅਦ ਸੋਨੂ ਨੇ ਆਪਣੇ ਆਲੇ ਦੁਆਲੇ ਦੇ ਕਈ ਲੋਕਾਂ ਨਾਲ ਜਾਣ ਪਛਾਣ ਕਰ ਲਈ ਅਤੇ ਉਸਨੂੰ ਪਤਾ ਲੱਗਾ ਕਿ ਲਗਭਗ ਕਾਫੀ ਸਾਰੇ ਲੋਕ ਜੋ ਇੱਥੇ ਕੰਮ ਕਰ ਰਹੇ ਨੇ ਥਰਮਲ ਪਲਾਂਟ ਦੇ ਵਿੱਚ, ਉਹ ਵੱਖ-ਵੱਖ ਰਾਜਾਂ ਤੋਂ ਆਏ ਹਨ। ਉਹ ਪ੍ਰਵਾਸੀ ਹਨ। ਮਾਈਗ੍ਰੈਂਟਸ ਦਾ ਮਤਲਬ ਪ੍ਰਵਾਸੀ ਹਨ। ਉਹ ਛੋਟੇ-ਛੋਟੇ ਕਮਰਿਆਂ ਵਿੱਚ ਰਹਿੰਦੇ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Their children did not go to school because of difference of their language. They could not study and roamed around idly. Idly ਦਾ ਮਤਲਬ ਕੱਲੇ ਹੀ। ਤੇ ਉਹਨਾਂ ਦੇ ਜਿਹੜੇ ਬੱਚੇ ਸੀ ਉਹ ਸਕੂਲ ਨਹੀਂ ਜਾਂਦੇ ਸਨ। ਉਹਨਾਂ ਦੀ ਭਾਸ਼ਾ ਦੇ ਅੰਤਰ ਕਾਰਨ ਉਹ ਪੜ੍ਹ ਨਹੀਂ ਸਕਦੇ ਸਨ ਤੇ ਉਹ ਵੇਲੇ ਇੱਧਰ ਉੱਧਰ ਹੀ ਘੁੰਮਦੇ ਰਹਿੰਦੇ ਸਨ। Sonu asked his father how those children would study. Then he told that they are now being admitted in the nearby schools by the government. GOVT ਦਾ ਮਤਲਬ government. ਇਹ ਪੂਰਾ ਏਦਾਂ ਲਿਖੀਦਾ ਹੈ। ਇਹ ਸਪੈਲਿੰਗ ਹੁੰਦੇ ਨੇ ਗਵਰਨਮੈਂਟ ਦੇ। ਤੇ ਉਸ ਤੋਂ ਬਾਅਦ ਸੋਨੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਵੀ ਉਹ ਬੱਚੇ ਕਿਵੇਂ ਪੜਨਗੇ, ਤਾਂ ਉਹਨਾਂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਸਰਕਾਰ ਵੱਲੋਂ ਨੇੜਲੇ ਸਕੂਲ ਵਿੱਚ ਦਾਖਲਾ ਦੇ ਦਿੱਤਾ ਜਾ ਰਿਹਾ ਹੈ। ਸੋਨੂ, did they always live in similar conditions? ਸੋਨੂ ਪੁੱਛਦਾ ਹੈ ਵੀ ਪਿਤਾ ਜੀ ਉਹ ਹਮੇਸ਼ਾ ਏਦਾਂ ਹੀ ਇਸੇ ਹਾਲਾਤ ਦੇ ਵਿੱਚ ਰਹਿੰਦੇ ਸਨ। ਫਾਦਰ, no, they have homes and agricultural land in their native state, but due to less production, they have to work at far off places. Native ਦਾ ਮਤਲਬ ਜਿੱਥੇ ਦੇ ਉਹ ਹੈਗੇ ਨੇ। ਤੇ ਪਿਤਾ ਜੀ ਦੱਸਦੇ ਨੇ ਅਰੇ ਨਹੀਂ ਉਹਨਾਂ ਦੇ ਹਾਲਾਤ ਹਮੇਸ਼ਾ ਏਦਾਂ ਦੇ ਨਹੀਂ ਸਨ। ਉਹ ਜਿਹੜੇ ਰਾਜ ਵਿੱਚੋਂ ਆਏ ਹੈਗੇ ਨੇ ਉਹਨਾਂ ਦੇ ਜੱਦੀ ਰਾਜ ਵਿੱਚ ਘਰ ਤੇ ਬਹੁਤ ਸਾਰਾ ਖੇਤੀਬਾੜੀ ਕਰਨ ਦੇ ਲਈ ਜ਼ਮੀਨ ਵੀ ਹੈਗੀ ਹੈ, ਪਰ ਜਿਹੜੀ ਉਤਪਾਦ ਹੈਗਾ ਉਹ ਜ਼ਿਆਦਾ ਨਹੀਂ ਹੈ। ਉਹ ਘੱਟ ਹੋਣ ਕਾਰਨ ਉਹਨਾਂ ਨੂੰ ਦੂਰ ਦੁਰਾਡੇ ਥਾਵਾਂ ਤੇ ਕੰਮ ਕਰਨ ਦੇ ਲਈ ਜਾਣਾ ਪੈਂਦਾ ਹੈ। ਸੋਨੂ, but they may have been feeling uncomfortable here at new place. They are living far away from their native state, so they might be facing a lot of problems. ਸੋਨੂ ਪੁੱਛਦਾ ਹੈ ਪਰ ਹੋ ਸਕਦਾ ਹੈ ਕਿ ਉਹ ਇੱਥੇ ਨਵੀਂ ਥਾਂ ਤੇ ਅਜੀਬ ਜਾਂ ਅਸਹਿਜ ਮਹਿਸੂਸ ਕਰ ਰਹੇ ਹੋਣ, ਕਿਉਂਕਿ ਗੱਲ ਤਾਂ ਇਹ ਹੈਗੀ ਹੈ ਨਾ ਵੀ ਉਹ ਆਪਣੇ ਰਾਜ ਤੋਂ ਆਪਣੀ ਥਾਂ ਤੋਂ ਬਹੁਤ ਦੂਰ ਰਹਿ ਰਹੇ ਹਨ ਤੇ ਇਸ ਲਈ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। Father, yes, of course, they have to come away from their house. Some of their family members are left back to whom they send money to survive. Their children cannot study. Here, they earn more than their native place. ਤੇ ਪਿਤਾ ਜੀ ਦੱਸਦੇ ਨੇ ਹਾਂ ਬੇਟਾ ਜ਼ਰੂਰ ਉਹਨਾਂ ਨੂੰ ਘਰਾਂ ਤੋਂ ਦੂਰ ਆਉਣਾ ਪੈਂਦਾ ਹੈ। ਉਹਨਾਂ ਦੇ ਕੁਝ ਪਰਿਵਾਰ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਪਿੱਛੇ ਹੀ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਉਹ ਬਚਿਆ ਹੋਇਆ ਜਿਹੜਾ ਪੈਸਾ ਹੈਗਾ ਉਹ ਭੇਜਦੇ ਹੈਗੇ ਤਾਂ ਕਿ ਉਹ ਵੀ ਆਪਣਾ ਗੁਜ਼ਾਰਾ ਚਲਾ ਸਕਣ। ਉਹਨਾਂ ਦੇ ਜਿਹੜੇ ਬੱਚੇ ਹੈਗੇ ਉਹ ਪੜ੍ਹ ਵੀ ਨਹੀਂ ਸਕਦੇ ਤੇ ਇੱਥੇ ਉਹ ਆਪਣੇ ਜਿਹੜੀ ਥਾਂ ਹੈਗੀ ਹੈ ਉਹ ਛੱਡ ਕੇ ਇਸ ਲਈ ਆਏ ਹਨ ਤਾਂ ਕਿ ਉਹ ਵੱਧ ਕਮਾਈ ਕਰ ਸਕਣ। ਵਧੀਆ ਗੱਲ ਹੈਗੀ ਹੈ ਨਾ ਬੱਚਿਓ, ਪਰ ਚਿੰਤਾ ਦਾ ਵਿਸ਼ੇ ਵੀ ਹੈਗਾ। ਇੱਥੇ ਲਿਖਿਆ ਨੈਚੁਰਲ ਕੈਲੈਮਿਟੀਜ਼ ਐਂਡ ਮਾਈਗ੍ਰੇਸ਼ਨ। ਕੁਦਰਤੀ ਆਫਤਾਂ ਤੇ ਆਪਾਂ ਕਹਿ ਸਕਦੇ ਹਾਂ ਜਿਸ ਦੇ ਕਾਰਨ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪਵੇ। As you have read that people migrate from one place to another in search of employment or job. ਜਿਵੇਂ ਕਿ ਤੁਸੀਂ ਪੜ੍ਹਿਆ ਹੈ ਕਿ ਲੋਕ
ਗੁਜ਼ਾਰਾ ਕਰਨ ਦੇ ਲਈ, ਨੌਕਰੀ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹੈਗੇ ਆ। Sometimes natural calamities also become the cause of migration of the people. ਕਈ ਵਾਰ ਕੁਦਰਤੀ ਜਿਹੜੀ ਆਫਤਾਂ ਹੈਗੀਆਂ ਨੇ ਉਹ ਲੋਕਾਂ ਦੇ ਪ੍ਰਵਾਸ ਦਾ ਕਾਰਨ ਬਣ ਜਾਂਦੀਆਂ ਨੇ। Flood or earthquake damage the houses of people. ਹੜ ਆ ਗਿਆ, ਭੂਚਾਲ ਆ ਗਿਆ ਜੋ ਲੋਕਾਂ ਦੇ ਘਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਤਬਾਹ ਕਰ ਦਿੰਦਾ ਹੈ। People have to migrate due to shortage of food in drought-like situation. Drought ਦਾ ਮਤਲਬ ਹੁੰਦਾ ਹੈ ਸੁੱਕਾ ਹੋ ਜਾਣਾ, ਸੁੱਕਾ ਪੈ ਜਾਣਾ, ਪਾਣੀ ਨਾ ਪੈਣਾ, ਜਿਹਦੇ ਕਾਰਨ ਖੇਤੀਬਾੜੀ ਨਹੀਂ ਹੋ ਸਕਦੀ, ਖਾਣ ਦੀ ਘਾਟ ਹੋ ਜਾਂਦੀ ਹੈ ਤੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ। ਨੌਕਰੀ ਵਜੋਂ ਨੈਚੁਰਲ ਕੈਲੈਮਿਟੀ ਹੋ ਗਈ, ਵਿਆਹ ਹੋ ਗਿਆ ਤੇ ਪੜ੍ਹਾਈ ਕਾਰਨ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈ ਸਕਦਾ ਹੈ। ਆ ਦੇਖੋ ਲੋਕੀ ਰਹਿ ਰਹੇ ਨੇ, ਇੱਥੇ ਲਿਖਿਆ ਰੋਡ ਸਾਈਡ ਹਟਸ, ਜਿਹਦਾ ਮਤਲਬ ਹੈ ਸੜਕ ਕਿਨਾਰੇ ਝੋਪੜੀਆਂ, ਕਿਉਂਕਿ ਰਹਿਣ ਦਾ ਕੋਈ ਪੱਕਾ ਠਿਕਾਣਾ ਤਾਂ ਹੁੰਦਾ ਨਹੀਂ ਹੈ। ਅੱਗੇ ਹੈਗਾ ਸੋਨੂ, ਪਾਪਾ why people living in slums were uprooted in our city. ਪਿਤਾ ਜੀ, ਸਾਡੇ ਸ਼ਹਿਰ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਉਂ ਉੱਥੋਂ ਹਟਾ ਦਿੱਤਾ? ਸਲਮਸ ਦਾ ਮਤਲਬ ਆ ਜਿਹੜਾ ਤੁਹਾਨੂੰ ਦਿਖਾਇਆ ਝੁੱਗੀਆਂ ਝੋਪੜੀਆਂ। They were working in the nearby localities. ਤੇ ਉਹ ਆਸ-ਪਾਸ ਦੇ ਜਿਹੜੇ ਇਲਾਕੇ ਹੈਗੇ ਉਹਨਾਂ ਵਿੱਚ ਕੰਮ ਵੀ ਕਰਦੇ ਸੀ, ਫਿਰ ਵੀ ਉਹਨਾਂ ਨੂੰ ਉੱਥੋਂ ਅਪਰੂਟ ਜਾਂ ਹਟਾ ਕਿਉਂ ਦਿੱਤਾ? Father, due to increase in traffic, the roads were to be widened. ਆਵਾਜਾਈ ਵਧਣ ਕਾਰਨ ਸੜਕਾਂ ਦੀ ਚੌੜਾਈ ਵਧਾਣੀ ਸੀ। Due to the widening of roads, the government had to uproot them as their huts were on the sides of the road. ਤੇ ਕਿਉਂਕਿ ਉਹਨਾਂ ਨੇ ਸੜਕਾਂ ਦੀ ਚੌੜਾਈ ਵਧਾਣੀ ਸੀ, ਇਸ ਕਾਰਨ ਸਰਕਾਰ ਨੂੰ ਇਹਨਾਂ ਨੂੰ ਉੱਥੋਂ ਹਟਾਉਣਾ ਪਿਆ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਝੋਪੜੀਆਂ ਹੈਗੀਆਂ ਉਹ ਸੜਕ ਦੇ ਕਿਨਾਰੇ ਬਣੀਆਂ ਹੋਈਆਂ ਸਨ। They lost their source of income and had to search for new work. ਤੇ ਉਹਨਾਂ ਨੇ ਆਪਣੀ ਆਮਦਨ ਦਾ ਜਿਹੜਾ ਤਰੀਕਾ ਸੀ ਉਹ ਵੀ ਗਵਾ ਦਿੱਤਾ, ਕਿਉਂਕਿ ਉਹਨਾਂ ਨੂੰ ਉਹ ਇਲਾਕਾ ਛੱਡਣਾ ਪਿਆ ਤੇ ਫਿਰ ਹੁਣ ਉਹਨਾਂ ਨੂੰ ਨਵੇਂ ਕੰਮ ਦੀ ਵੀ ਭਾਲ ਕਰਨੀ ਪਏਗੀ। Activity 1. Make a list of those families in your locality or village which have shifted here from other places for the last few years. Try to find why they have to come to this place and which problems are they facing here. ਤੁਸੀਂ ਆਪਣੇ ਇਲਾਕੇ ਜਾਂ ਪਿੰਡ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਤੋਂ ਇੱਥੇ ਰਹਿਣ ਆਏ ਹਨ ਕਿਸੇ ਹੋਰ ਥਾਵਾਂ ਤੋਂ, ਤੇ ਇਹ ਜਾਣਕਾਰੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇੱਥੇ ਰਹਿਣਾ ਕਿਹੋ ਜਿਹਾ ਲੱਗ ਰਿਹਾ ਹੈ, ਕਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਪੈ ਰਿਹਾ ਸੀ, ਤੇ ਉਹ ਇੱਥੇ ਕਿਉਂ ਆਏ ਹਨ, ਕੀ ਕਾਰਨ ਹੈਗਾ। A family moved from Tamil Nadu last year. The family had to move here because the father got transferred and he couldn't leave his family back there. They had to face the following difficulties. Number 1, it was difficult for them to adapt to the new lifestyle. Language was a barrier. Initially, the kids were very uncomfortable in the area and school. The culture and tradition was also quite different from where they came. They had to get all the documents changed to avail services like internet, electricity and water supply. ਤੇ ਇੱਥੇ ਆਪਾਂ ਲਿਖਿਆ ਹੈ ਵੀ ਇੱਕ ਪਰਿਵਾਰ ਪਿਛਲੇ ਸਾਲ ਤਮਿਲਨਾਡੂ ਤੋਂ ਆਇਆ ਸੀ। ਪਰਿਵਾਰ ਇੱਥੇ ਇਸ ਲਈ ਆਇਆ ਸੀ ਕਿਉਂਕਿ ਪਿਤਾ ਜੀ ਦਾ ਤਬਾਦਲਾ ਹੋ ਗਿਆ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਉੱਥੇ ਨਹੀਂ ਸੀ ਛੱਡ ਸਕਦੇ। ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਇੱਕ ਤਾਂ ਇੱਥੇ ਦੇ ਜਿਹੜੀ ਰਹਿਣ ਸਹਿਣ ਸੀ ਉਹ ਬਹੁਤ ਵੱਖਰੀ ਸੀ, ਉਹਨਾਂ ਨੂੰ ਉਸ ਦੇ ਵਿੱਚ ਢਲਣ ਲਈ ਸਮਾਂ ਲੱਗ ਗਿਆ। ਫਿਰ ਇਸ ਤੋਂ ਬਾਅਦ ਉਹਨਾਂ ਨੂੰ ਇੱਥੇ ਦੀ ਭਾਸ਼ਾ ਵੀ ਨਹੀਂ ਸੀ ਆਉਂਦੀ ਤੇ ਬੱਚੇ ਵੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਹੀਂ ਰੁੱਝ ਸਕੇ ਕਿਉਂਕਿ ਉਹਨਾਂ ਲਈ ਸਭ ਚੀਜ਼ ਨਵੀਂ ਸੀ, ਸਕੂਲ ਹੋਏ ਜਾਂ ਫਿਰ ਉਹ ਥਾਂ ਹੋਏ, ਤੇ ਜਿਹੜਾ ਉੱਥੋਂ ਦਾ ਰਹਿਣ ਸਹਿਣ ਸੀ ਉਹ ਕਾਫੀ ਵੱਖਰਾ ਸੀ ਤੇ ਉਹਨਾਂ ਦੇ ਲਈ ਜਿਹੜਾ ਸੱਭਿਆਚਾਰ ਸੀ ਉਹ ਵੀ ਬਹੁਤ ਵੱਖਰਾ ਲੱਗ ਰਿਹਾ ਸੀ ਉਹਨਾਂ ਨੂੰ। ਤੇ ਨਾਲ ਦੀ ਨਾਲ ਉਹਨਾਂ ਨੂੰ ਸੇਵਾਵਾਂ ਲੈਣ ਦੇ ਲਈ ਆਪਣੇ ਜਿਹੜੇ ਵੀ
ਡਾਕੂਮੈਂਟ ਸੀ ਉਹ ਸਾਰੇ ਚੇਂਜ ਕਰਵਾਣੇ ਪਏ ਤਾਂ ਜੋ ਉਹ ਇਲੈਕਟ੍ਰਿਸਿਟੀ ਬਿਜਲੀ ਹੋ ਗਈ ਇੰਟਰਨੈਟ ਇਹ ਜਿਹੀਆਂ ਸਹੂਲਤਾਂ ਪ੍ਰਾਪਤ ਕਰ ਸਕਣ ਸੈਕਿੰਡ make a list of people familiar to you who are living in other countries ਆਪਣੇ ਜਾਣੂ ਲੋਕਾਂ ਦੀ ਇੱਕ ਸੂਚੀ ਬਣਾਓ ਜੋ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ try to know about the problems they have to face while living there ਤੇ ਉੱਥੇ ਰਹਿੰਦੇ ਆ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੋ you can do it by meeting them or by talking to them on telephone ਤੁਸੀਂ ਇਹ ਕੰਮ ਉਹਨਾਂ ਨੂੰ ਮਿਲ ਕੇ ਜਾਂ ਫਿਰ ਉਹਨਾਂ ਨਾਲ ਟੈਲੀਫੋਨ ਤੇ ਗੱਲ ਕਰਕੇ ਕਰ ਸਕਦੇ ਹੋ my uncle and aunt live abroad ਮੇਰੇ ਅੰਕਲ ਤੇ ਆਂਟੀ ਬਾਹਰ ਰਹਿੰਦੇ ਨੇ ਬਾਹਰਲੇ ਦੇਸ਼ ਵਿੱਚ ਰਹਿੰਦੇ ਨੇ the problems faced by them are ਉਹਨਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਹੈਗੀਆਂ ਨੇ they both work day and night and don't get enough time to spend with their kids ਦਿਨ ਰਾਤ ਉਹ ਕੰਮ ਕਰਦੇ ਹਨ ਤੇ ਉਹਨਾਂ ਨੂੰ ਇੰਨਾ ਟਾਈਮ ਵੀ ਨਹੀਂ ਲੱਗਦਾ ਵੀ ਉਹ ਆਪਣੇ ਬੱਚਿਆਂ ਦੇ ਨਾਲ ਬੈਠ ਸਕਣ there is a language barrier ਭਾਸ਼ਾ ਦੀ ਇੱਕ ਰੁਕਾਵਟ ਪੇਸ਼ ਹੁੰਦੀ ਹੈ get to spend minimal family time on weekends saturday sunday ਹੀ ਉਹ ਆਪਣੀ ਫੈਮਿਲੀ ਦੇ ਨਾਲ ਪਰਿਵਾਰ ਦੇ ਨਾਲ ਥੋੜਾ ਬਹੁਤਾ ਟਾਈਮ ਸਪੈਂਡ ਕਰਦੇ ਹਨ ਬਤੀਤ ਕਰਦੇ ਹਨ ਫਾਈਨੈਂਸਿਸ ਇਜ਼ ਅ ਬਿਗ ਇਸ਼ੂ ਤੇ ਖਰਚਾ ਵੀ ਬਹੁਤ ਵੱਡਾ ਇੱਕ ਕਾਰਨ ਹੈਗਾ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ sometimes they feel very uncomfortable and as an outsider ਕਈ ਵਾਰ ਉਹਨਾਂ ਨੂੰ ਬਹੁਤ ਅਜੀਬ ਮਹਿਸੂਸ ਹੁੰਦਾ ਹੈ ਤੇ ਕਦੇ-ਕਦੇ ਉਹ ਆਪਣੇ ਆਪ ਨੂੰ ਬਾਹਰਲਾ ਵੀ ਮਹਿਸੂਸ ਕਰਦੇ ਹਨ ਵੀ ਅਸੀਂ ਇੱਥੇ ਦੇ ਨਹੀਂ ਹੈਗੇ ਆ ਅੱਗੇ ਹੈ things to remember ਯਾਦ ਰੱਖਣ ਵਾਲੀਆਂ ਗੱਲਾਂ people coming from other states in search of work are called migrants ਕੰਮ ਦੀ ਭਾਲ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ The children of the migrants have to face problems in study due to difference of language. ਪ੍ਰਵਾਸੀਆਂ ਦੇ ਬੱਚਿਆਂ ਨੂੰ ਭਾਸ਼ਾ ਦੇ ਅੰਤਰ ਕਾਰਨ ਪੜ੍ਹਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ On being migrated, people experience many new things. ਪ੍ਰਵਾਸ ਕੀਤੇ ਜਾਣ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਜੋਂ ਲੋਕਾਂ ਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਵੀ ਅਨੁਭਵ ਕਰਨ ਨੂੰ ਮਿਲਦਾ ਹੈ ਅੱਗੇ ਹੈ ਬੱਚਿਓ ਕੁਐਸਚਨ ਫਰਸਟ ਕੁਐਸਚਨ ਫਿਲ ਇਨ ਦ ਬਲੈਂਕਸ ਖਾਲੀ ਥਾਵਾਂ ਭਰੋ ਇੱਥੇ ਸ਼ਬਦ ਦਿੱਤੇ ਹੋਏ ਨੇ ਮਾਈਗ੍ਰੈਂਟਸ ਪ੍ਰਵਾਸੀ EMPLOYMENT ਰੋਜ਼ਗਾਰ ਥਰਮਲ ਪਾਵਰ ਪਲਾਂਟ ਬਿਜਲੀ ਪੈਦਾ ਕਰਨ ਵਾਲਾ ਜਿਹੜਾ ਪਲਾਂਟ ਹੁੰਦਾ ਹੈ ਪਲਾਂਟ ਦਾ ਮਤਲਬ ਪੌਦਾ ਨਹੀਂ ਬਿਲਡਿੰਗ ਹੀ ਹੁੰਦੀ ਹੈ ਬੱਚਿਓ ਘਰ ਕਹਿ ਸਕਦੇ ਹਾਂ ਪ੍ਰੋਬਲਮਸ ਸਮੱਸਿਆਵਾਂ ਫਰਸਟ a dash was being constructed far away from the city ਸ਼ਹਿਰੋਂ ਦੂਰ ਕਿਸ ਚੀਜ਼ ਨੂੰ ਬਣਾਇਆ ਗਿਆ ਸੀ ਥਰਮਲ ਪਲਾਂਟ ਦੂਜਾ people coming from other states for work are called ਇੱਕ state ਤੋਂ ਇੱਕ ਰਾਜ ਤੋਂ ਦੂਜੇ ਰਾਜ ਜਿਹੜੇ ਲੋਕ ਆਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਹਨ migrants ਤੀਜਾ many people have to go far away from ਕਈ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਕਿਸ ਵਜੋਂ ਕਿਸ ਕਾਰਨ employment ਜਾਂ ਫਿਰ ਨੌਕਰੀ ਕਰਕੇ ਚੌਥਾ people living in huts have to face many dash in thunderstorm ਜਦ ਬਿਜਲੀ ਕੜਕਦੀ ਹੈ ਤਾਂ ਜਿਹੜੇ ਲੋਕ ਹਟਸ ਜਾਂ ਝੁੱਗੀਆਂ ਵਿੱਚ ਰਹਿ ਰਹੇ ਹੁੰਦੇ ਹਨ ਉਹਨਾਂ ਨੂੰ ਕੀ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਬਹੁਤ ਪ੍ਰੋਬਲਮਸ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਫਿਰ ਬਿਜਲੀ ਕੜਕਣ ਤੋਂ ਬਾਅਦ ਜਦ ਬਾਰਿਸ਼ ਹੁੰਦੀ ਹੈ ਤਾਂ ਪਾਣੀ ਜਿਹੜਾ ਹੈ ਉਹਨਾਂ ਦੀ ਝੁੱਗੀਆਂ ਦੇ ਵਿੱਚ ਵੜ ਜਾਂਦਾ ਹੈ ਇਨ ਕੁਐਸਚਨ ਟਿਕ ਦ ਕਰੈਕਟ ਆਨਸਰ ਸਹੀ ਤੇ ਇਹ ਵਾਲਾ ਨਿਸ਼ਾਨ ਲਾਓ ਪਹਿਲਾ Sonu's father was a ਸੋਨੂ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਟੀਚਰ ਅਧਿਆਪਕ ਡਾਕਟਰ ਸਨ ਜਾਂ ਫਿਰ ਇੰਜੀਨੀਅਰ ਉਹ ਸਨ ਇੰਜੀਨੀਅਰ ਦੂਜਾ what was to be damaged for widening the roads ਸੜਕਾਂ ਚੌੜੀਆਂ ਕਰਨ ਲਈ ਕਿਸ ਚੀਜ਼ ਦਾ ਨੁਕਸਾਨ ਹੋ ਰਿਹਾ ਸੀ ਹਾਊਸ ਘਰ ਹਟਸ ਚੋਪੜੀਆਂ ਜਾਂ ਬੰਗਲੋ ਵੱਡੇ ਵੱਡੇ ਜਿਹੜੇ ਘਰ ਹੁੰਦੇ ਨੇ ਹਟਸ ਤੀਜਾ ਹਾਊ ਡੂ ਵੀ ਫੀਲ ਲਿਵਿੰਗ ਇਨ ਸਮਾਲ ਰੂਮਸ ਛੋਟੇ ਕਮਰਿਆਂ ਦੇ ਵਿੱਚ ਰਹਿਣ ਦੇ ਵਜੋਂ ਸਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਡਿਫਿਕਲਟ ਔਖਾ ਈਜ਼ੀ ਆਸਾਨ ਜਾਂ ਡੋਂਟ ਨੋ ਪਤਾ ਨਹੀਂ ਔਖਾ ਲੱਗਦਾ ਹੈ ਬੱਚਿਓ ਫੋਰਥ
What was built for people working in thermal power plants? Thermal power plant ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਕੀ ਬਣਾਇਆ ਗਿਆ ਸੀ? ਫਲੈਟ, ਘਰ ਰਹਿਣ ਲਈ, ਕਲੋਨੀ ਜਾਂ ਫਿਰ ਮਲਟੀ ਸਟੋਰੀ ਬਿਲਡਿੰਗ, ਬਹੁ ਮੰਜ਼ਿਲ ਜਿਹੜੀ ਇਮਾਰਤ ਹੁੰਦੀ ਹੈ ਉਹਨਾਂ ਲਈ ਬਣਾਈ ਗਈ ਸੀ ਕਲੋਨੀ। Third question, why had Sonu's father to come to the new place? Why Sonu's father ਇੱਥੇ ਆਏਗਾ had to come to the new place? ਸੋਨੂ ਦੇ ਪਿਤਾ ਜੀ ਨੂੰ ਨਵੀਂ ਥਾਂ ਤੇ ਕਿਉਂ ਆਣਾ ਪਿਆ? Sonu's family had to move to a new place because his father was transferred to a newly constructed thermal plant which was at a distance from the city. ਸੋਨੂ ਦੇ ਪਰਿਵਾਰ ਨੂੰ ਨਵੀਂ ਥਾਂ ਤੇ ਇਸ ਲਈ ਜਾਣਾ ਪਿਆ ਕਿਉਂਕਿ ਉਸਦੇ ਪਿਤਾ ਜੀ ਦੀ ਬਦਲੀ ਹੋ ਗਈ ਸੀ ਸ਼ਹਿਰ ਤੋਂ ਕੁਝ ਦੂਰੀ ਤੇ ਜਿੱਥੇ ਇੱਕ ਨਵਾਂ ਥਰਮਲ ਪਾਵਰ ਪਲਾਂਟ ਬਣਿਆ ਸੀ। ਅਗਲਾ ਸਵਾਲ, fourth question, who are called migrants? ਪ੍ਰਵਾਸੀ ਕਿਹਨਾਂ ਨੂੰ ਕਿਹਾ ਜਾਂਦਾ ਹੈ? Migrants are those people who move from one state to another or one region to another because of their job, natural calamity, marriage or for ਐਡੂਕੇਸ਼ਨ। ਪ੍ਰਵਾਸੀ ਉਹ ਲੋਕ ਹੁੰਦੇ ਹਨ ਜੋ ਇੱਕ ਰਾਜ ਤੋਂ ਦੂਜੇ ਰਾਜ ਜਾਂ ਇੱਕ ਖੇਤਰ ਤੋਂ ਦੂਜੇ ਖੇਤਰ ਜਾਂਦੇ ਹਨ, ਬੇਸ਼ੱਕ ਨੌਕਰੀ ਕਾਰਨ, ਕੁਦਰਤੀ ਆਫਤਾਂ ਦਾ ਸਾਹਮਣਾ ਕਰਦੇ ਹੋਏ, ਵਿਆਹ ਜਾਂ ਫਿਰ ਪੜ੍ਹਾਈ ਕਰਨ ਦੇ ਲਈ। ਪੰਜਵਾਂ ਕੁਐਸਚਨ, why the people have to migrate? ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਕਿਉਂ ਜਾਣਾ ਪੈਂਦਾ ਹੈ? There are different reasons for the people to migrate. ਲੋਕਾਂ ਦੇ ਪ੍ਰਵਾਸ ਦੇ ਵੱਖ-ਵੱਖ ਕਾਰਨ ਹੁੰਦੇ ਹਨ। Some people get transferred, ਕਈਆਂ ਦੀ ਬਦਲੀ ਹੋ ਜਾਂਦੀ ਹੈ। Some migrate due to natural calamity, marriage or education. ਆਪਾਂ ਕਹਿ ਸਕਦੇ ਹਾਂ ਕਈਆਂ ਦਾ ਵਿਆਹ ਹੋ ਜਾਂਦਾ ਹੈ ਕੁਝ ਸਿੱਖਿਆ ਦੇ ਵਜੋਂ ਤੇ ਕੁਝ ਕੁਦਰਤੀ ਆਫਤਾਂ ਤੋਂ ਬਚਣ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਅਗਲਾ ਕੁਐਸਚਨ ਹੈ, sixth question, why do the children of the migrants face problem in studying? ਜਿਹੜੇ ਪ੍ਰਵਾਸੀ ਹੁੰਦੇ ਹਨ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਕਿਉਂ ਮੁਸ਼ਕਲਾਂ ਆਉਂਦੀਆਂ ਹਨ? The children of migrants face a lot of problems in their studies because first of all it is a cultural shock. They are upset and worried for leaving their old school and also their language is quite different from the local language. They do not understand the language used in the school and going to a new school can always be scary. ਪ੍ਰਵਾਸੀਆਂ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ ਕਰਦੇ ਹੋਏ ਬਹੁਤ ਰੁਕਾਵਟਾਂ ਦਾ ਸਾਹਮਣਾ ਇਸ ਲਈ ਕਰਨਾ ਪੈਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਥੇ ਦਾ ਸੱਭਿਆਚਾਰ ਇੱਕ ਨਵਾਂ ਲੱਗਦਾ ਹੈ, ਇੱਕ ਤਾਂ ਬਹੁਤ ਹੀ ਨਵਾਂ ਲੱਗਦਾ ਹੈ। ਦੂਜੀ ਗੱਲ, ਉਹ ਬਹੁਤ ਹੀ ਚਿੰਤਿਤ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਪੁਰਾਣਾ ਸਕੂਲ ਛੱਡਣਾ ਪੈਂਦਾ ਹੈ, ਉਹ ਪਰੇਸ਼ਾਨ ਹੁੰਦੇ ਨੇ ਤੇ ਉਹਨਾਂ ਨੂੰ ਇੱਥੇ ਦੀ ਭਾਸ਼ਾ ਵੀ ਸਮਝਣ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਉਹ ਬਿਲਕੁਲ ਨਹੀਂ ਜਾਣਦੇ ਹੁੰਦੇ ਤੇ ਕਈ ਵਾਰੀ ਉਹਨਾਂ ਨੂੰ ਜਿਹੜਾ ਆਪਣਾ ਨਵਾਂ ਸਕੂਲ ਹੈ ਉਹ ਜਾਂਦੇ ਹੋਏ ਝਿਜਕ ਵੀ ਹੁੰਦੀ ਹੈ ਕਿਉਂਕਿ ਉੱਥੇ ਉਹਨਾਂ ਦੇ ਕੋਈ ਨਵੇਂ ਦੋਸਤ ਵੀ ਨਹੀਂ ਹੁੰਦੇ। ਤੇ ਇਹ ਸੀ ਅੱਜ ਦੀ ਕਲਾਸ। ਆਈ ਹੋਪ ਯੂ ਇੰਜੋਇਡ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ, ਤਦ ਤੱਕ ਪਲੀਜ਼ ਟੇਕ ਕੇਅਰ। ਬਾਏ ਬਾਏ।